ਸੋ ਕੱਲ੍ਹ ਆਪਾਂ ਇੱਕ ਵੀਡੀਓ ਪਾਈ ਸੀਗੀ ਜਿਹਦੇ 'ਚ ਆਪਾਂ ਦੱਸਿਆ ਵੀ ਇੱਕ ਊਬਰ ਡਰਾਈਵਰ ਨੇ $2 ਮਿਲੀਅਨ ਦਾ ਘਰ ਬੁੱਕ ਕਰਾਇਆ ਬਰੈਂਪਟਨ ਦੇ ਵਿੱਚ। ਜਿੱਦਾਂ ਹੁਣ ਮਾਰਕੀਟ ਚੇਂਜ ਹੋਈ ਆ, ਰੇਟ ਡਿਗੇ ਆ ਹੁਣ ਘਰਾਂ ਦੇ, ਮੌੜਗੇਜ ਦੇ ਇੰਟਰਸਟ ਰੇਟ ਵਧੇ ਆ ਤੇ ਉਹਨਾਂ ਦਾ ਕੀ ਇੰਪੈਕਟ ਹੋ ਰਿਹਾ ਲੋਕਾਂ ਤੇ ਕਾਫੀ ਜ਼ਿਆਦਾ ਉਹਦੇ ਵਿਊਜ਼ ਵੀ ਆ ਰਹੇ ਆ ਤੇ ਕਾਫੀ ਜ਼ਿਆਦਾ ਫੋਲੋਅਰਸ ਜਾਣਨਾ ਚਾਹੁੰਦੇ ਵੀ ਇੱਕ ਊਬਰ ਡਰਾਈਵਰ ਨੇ $2 ਮਿਲੀਅਨ ਦਾ ਘਰ ਕਿੱਦਾਂ ਲੈ ਲਿਆ। ਸੋ ਸਾਡੇ ਨਾਲ ਭਾਜੀ ਹੈਗੇ ਆ ਗੁਰਚਰਨ ਭਾਜੀ। ਅਸੀਂ ਵੀ ਪਹਿਲੀ ਵਾਰੀ ਵੀਡੀਓ ਬਣਾਉਣ ਲੱਗੇ ਆ ਇਦਾਂ। ਸੋ ਆਪਾਂ ਇਹਨਾਂ ਦੀ ਸਟੋਰੀ ਸੁਣਾਂਗੇ ਵੀ ਕੀ ਹੋਇਆ ਐਗਜ਼ੈਕਟਲੀ, ਵਾਕਈ ਇਹ ਊਬਰ ਚਲਾਉਂਦੇ ਜਾਂ ਉਹ ਕੋਈ ਗਲਤੀ ਸੀਗੀ, ਕੀ ਹੋਇਆ। ਸਤਿ ਸ਼੍ਰੀ ਅਕਾਲ ਜੀ ਪਹਿਲਾਂ ਸਾਰਿਆਂ ਨੂੰ ਜੀ। ਮੈਂ ਵੀ 3 ਦਿਨਾਂ ਤੋਂ ਦੇਖ ਰਿਹਾ ਜੀ, ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਵੀਡੀਓ ਕਿ ਇੱਕ ਊਬਰ ਡਰਾਈਵਰ ਨੇ ਬਰੈਂਪਟਨ ਦੇ ਵਿੱਚ 19,60,000 ਦਾ ਘਰ ਲਿੱਤਾ ਤੇ 90,000 ਦੇ ਅਪਗ੍ਰੇਡਸ ਲੈ ਲਏ। ਕੁਝ ਹੱਦ ਤੱਕ ਜੀ ਸੱਚਾਈ ਵੀ ਹੈਗੀ ਆ ਇਸ ਵੀਡੀਓ ਦੇ ਵਿੱਚ। ਯੈਸ ਆਈ ਡੂ ਊਬਰ, ਹੈ ਨਾ, ਮੈਂ ਕਰਦਾ ਊਬਰ ਬਟ ਇਟਸ ਨਾਟ ਮਾਈ ਪ੍ਰੋਫੈਸ਼ਨ। ਮੈਂ ਆਪਣਾ ਟਾਈਮ ਪਾਸ ਕਰਨ ਲਈ, ਆਪਣਾ ਟਾਈਮ ਕਿਲ ਕਰਨ ਲਈ ਜਿਹੜਾ ਮੇਰੇ ਕੋਲ ਸਪੇਅਰ ਟਾਈਮ ਬਚ ਜਾਂਦਾ ਹੈ, ਮੈਂ ਕਦੀ ਪਾਰਟ ਟਾਈਮ ਊਬਰ ਕਰਦਾ। ਤੇ ਇਹ ਇੱਕ ਛੋਟੀ ਜਿਹੀ ਮਿਸਟੇਕ ਹੋ ਗਈ ਸੀ CBC ਵਾਲਿਆਂ ਤੋਂ। ਉਹਨਾਂ ਨੇ ਜਦੋਂ ਸਾਡੀ ਪ੍ਰੈਸ ਰਿਲੀਜ਼ ਲਾਂਚ ਕੀਤੀ ਉਹਦੇ 'ਚ ਮੇਰੀ ਟੈਸਟਮਨੀ ਆਈ ਆ ਤੇ ਉਹਨਾਂ ਨੇ ਮੇਰੇ ਬਾਕੀ ਜਿਹੜੀ ਇਨਕਮ ਸੀਗੀ ਜਾਂ ਮੇਰੇ ਸੋਰਸਿਸ ਆਫ ਇਨਕਮ ਸੀਗੇ ਉਹਨਾਂ ਨੂੰ ਮੈਂਸ਼ਨ ਕਰਨ ਦੀ ਬਜਾਏ ਸਿਰਫ ਇਕੱਲਾ ਊਬਰ ਡਰਾਈਵਰ ਲਿਖ ਕੇ ਮੈਂਸ਼ਨ ਕਰਤਾ ਤੇ ਇਸ ਚੱਕਰ ਦੇ ਵਿੱਚ ਇਹ ਸਾਰਾ ਬਹੁਤ ਜ਼ਿਆਦਾ ਹਾਈਪ ਕ੍ਰੀਏਟ ਹੋ ਗਈ। ਸੋ ਤੁਸੀਂ ਇਹ ਘਰ ਜਿਹੜਾ ਹੈਗਾ ਬਿਲਡਰ ਤੋਂ ਕਦੋਂ ਬੁੱਕ ਕਰਾਇਆ ਸੀਗਾ? 2020 ਅਕਤੂਬਰ 'ਚ ਕਰਾਇਆ ਸੀਗਾ। 21 ਅਕਤੂਬਰ ਵੀ ਜਿਹੜੀ ਆਪਣੀ ਜਨਵਰੀ ਫਰਵਰੀ ਦੀ ਮਾਰਕੀਟ ਦੀ ਹਾਈਪ ਆ ਉਸ ਤੋਂ ਪਹਿਲਾਂ। ਹਾਂਜੀ, ਮੈਂ ਫਸਟ ਫੇਸ ਦੇ ਵਿੱਚ ਕਰਾਇਆ ਸੀ ਜਦੋਂ ਬਿਲਡਰ ਵੱਲੋਂ ਪ੍ਰਾਈਜ਼ ਹਾਈਪ ਤਾਂ ਉਦੋਂ ਵੀ ਸੀਗੀ ਜੀ। ਬਿਲਡਰ ਨੇ 1.3 ਤੋਂ ਸਟਾਰਟ ਕੀਤੇ ਸੀਗੇ ਤੇ ਜਦੋਂ ਤੱਕ ਸਾਨੂੰ ਵੇਚੇ ਬਿਲਡਰ ਆਲਰੇਡੀ ਪ੍ਰਾਈਜ਼ 1.9 ਲੈ ਆਇਆ ਸੀਗਾ। ਠੀਕ ਹੈ ਤੇ ਪਰ ਡੇ ਬਿਲਡਰ ਦੀ ਪ੍ਰਾਈਸ 60,000 ਇਨਕਰੀਜ਼ ਹੋ ਰਹੀ ਸੀਗੀ ਪਰ ਡੇ। ਪਹਿਲੇ ਫੇਸ 'ਚ ਪਹਿਲੇ ਦਿਨ ਪ੍ਰਾਈਸ ਘੱਟ ਸੀਗੀ, ਦੂਜੇ ਦਿਨ 60,000 ਵਧੀ ਤੇ ਫਿਰ ਬਾਅਦ 'ਚ ਉਹਦਾ ਹਰ ਘੰਟੇ 10 ਤੋਂ $15,000 ਬਿਲਡਰ ਦਾ ਵੱਧ ਰਿਹਾ ਸੀਗਾ ਐਵਰੀ ਆਵਰ। ਪਰ ਇਹਦੇ 'ਚ ਇਹ ਵੀ ਆ ਨਾ ਵੀ ਹੁਣ ਬਿਲਡਰ ਨੇ ਉੱਥੇ ਲੈਟਸ ਸੇ 50 ਘਰ ਕੱਢੇ ਆ, 50 ਲੋਟ ਕੱਢੇ ਆ ਤੇ ਉੱਥੇ ਆਪਣੀ ਬਾਹਰ ਲਾਈਨਾਂ ਵੀ ਕਾਫੀ ਲੰਬੀਆਂ ਲੱਗੀਆਂ ਹੁੰਦੀਆਂ ਸੀਗੀਆਂ। 2-3 ਦਿਨ ਪਹਿਲਾਂ ਹੀ ਲੋਕੀ ਲਾਈਨਾਂ ਲਾ ਕੇ ਬਹਿ ਜਾਂਦੇ ਸੀਗੇ। ਐਗਜ਼ੈਕਟਲੀ ਜੀ। ਇਹਦੇ 'ਚ ਇਹਨਾਂ ਨੇ ਜਦੋਂ ਫਸਟ ਫੇਸ ਕੱਢਿਆ, ਜਦੋਂ ਮੈਂ ਲਿੱਤਾ ਤਾਂ ਲਾਈਨਅਪ ਨਹੀਂ ਸੀਗਾ ਕੋਵਿਡ ਕਰਕੇ। ਇਹਨਾਂ ਨੇ ਕੀ ਕੀਤਾ ਸੀ, ਆਨਲਾਈਨ ਅਪਾਇੰਟਮੈਂਟ ਸਿਸਟਮ ਕਿ ਤੁਸੀਂ ਆਪਣੀ ਆਨਲਾਈਨ ਬੁੱਕ ਕਰੋ ਤੇ ਬਟ ਆਈ ਥਿੰਕ ਅਪਾਇੰਟਮੈਂਟਸ ਜ਼ਿਆਦਾ ਸੀਗੀਆਂ ਤੇ ਬਿਲਡਰ ਤੋਂ ਫੁੱਲਫਿਲ ਘੱਟ ਹੋਈਆਂ। ਨੰਬਰ ਆਫ ਪੀਪਲ ਦੀ ਅਪਾਇੰਟਮੈਂਟਸ ਜ਼ਿਆਦਾ ਸੀ, ਲੋਟਸ ਘੱਟ ਸੀਗੇ ਤੇ ਉਸ ਚੱਕਰਾਂ ਦੇ ਵਿੱਚ ਵੀ ਇਹਨਾਂ ਨੇ ਜਿਹੜੇ ਘਰ ਵੇਚੇ, ਇਹਨਾਂ ਨੇ ਕਿਸੇ ਨੂੰ ਕੋਈ ਟਾਈਮ ਨਹੀਂ ਦਿੱਤਾ ਰਿਵਿਊ ਕਰਨ ਦਾ। ਤੁਹਾਨੂੰ ਕੋਈ ਕੂਲਿੰਗ ਆਫ ਪੀਰੀਅਡ ਨਹੀਂ ਦਿੱਤਾ ਗਿਆ ਕਿ 10 ਦਿਨਾਂ ਦਾ, ਨਹੀਂ ਜੀ, ਕਿਸੇ ਨੂੰ ਵੀ ਨਹੀਂ। ਇਟ ਵਾਸ ਲਾਈਕ ਔਨ ਅ ਗਨ ਪੁਆਇੰਟ ਕਿ ਲੈਣਾ ਹੈ ਤਾਂ ਹੁਣ ਯੈਸ ਐਂਡ ਨੋ ਐਂਡ ਰਾਈਟ ਨਾਓ ਸਾਈਨ ਕਰੋ ਤੇ ਤੁਸੀਂ ਰਿਵੋਕ ਨਹੀਂ ਕਰ ਸਕਦੇ ਇਸ ਕੰਟਰੈਕਟ ਨੂੰ। ਤੁਸੀਂ ਕੋਈ ਆਪਣਾ ਐਗਰੀਮੈਂਟ ਰਿਵਿਊ ਨਹੀਂ ਕਰਵਾਇਆ ਲਾਇਰ ਤੋਂ? ਨਹੀਂ, ਟਾਈਮ ਹੀ ਨਹੀਂ ਦਿੱਤਾ ਗਿਆ ਜੀ ਬਿਲਡਰ ਵੱਲੋਂ ਕਿ ਤੁਸੀਂ ਰਿਵਿਊ ਕਰ ਲਓ। ਫਰਮ ਡੀਲ ਸੀਗੀ ਔਨ ਦਾ ਸਪੌਟ। ਐਗਜ਼ੈਕਟ ਫਰਮ ਡੀਲ ਔਨ ਦਾ ਸਪੌਟ ਵਿਦਆਊਟ ਐਨੀ ਰੂਮ ਫॉर ਡਿਸਕਸ਼ਨ ਔਰ ਨੈਗੋਸੀਏਸ਼ਨ। ਕਿੰਨਾ ਡਿਪੋਜ਼ਿਟ ਦਿੱਤਾ ਤੁਸੀਂ ਇਹਦੇ ਵਿੱਚ? ਬਿਲਡਰ ਨੇ ਇਹਦੇ 'ਚ ਫਸਟ ਫੇਸ ਦੇ ਵਿੱਚ ਮੇਰੇ ਤੋਂ ਜੀ 50,000 ਦੇ 5 ਡਿਪੋਜ਼ਿਟ ਲਿੱਤੇ ਆ ਜੀ। ਐਵਰੀ ਮੰਥ ਮੇਰਾ 50,000 ਦਾ ਡਿਪੋਜ਼ਿਟ ਗਿਆ ਸੀਗਾ ਜੀ ਇਹਨਾਂ ਦਾ। ਹਰ ਮਹੀਨੇ ਇੰਸਟਾਲਮੈਂਟਸ ਦੇ ਨਾਲ। ਤੇ ਹੁਣ ਤੁਹਾਡੀ ਕਲੋਜ਼ਿੰਗ ਡੇਟ ਕਦੋਂ ਦੀ ਫਾਈਨਲਾਈਜ਼ ਹੋਈ ਸੀਗੀ? ਮੇਰੀ ਕਲੋਜ਼ਿੰਗ ਡੇਟ ਹੋਈ ਸੀਗੀ ਜੀ ਜਨਵਰੀ 19 2023। ਇਹ ਮੇਰੀ ਫਾਈਨਲਾਈਜ਼ ਹੋਈ ਸੀ ਕੰਟਰੈਕਟ ਦੇ ਵਿੱਚ ਕਿ ਕਲੋਜ਼ਿੰਗ ਆਪਣੀ ਹੈ। ਤੇ ਹੁਣ ਟਾਈਮ ਤੇ ਆ ਕਲੋਜ਼ਿੰਗ ਤੁਹਾਡੀ? ਬਿਲਡਰ ਵੱਲੋਂ ਜੀ ਟਾਈਮ ਤੇ ਆ ਬਟ ਮਾਰਕੀਟ ਸਿਚੁਏਸ਼ਨ ਨੂੰ ਕੰਸੀਡਰ ਕਰਦੇ ਹੋਏ ਥੋੜ੍ਹੀ ਜਿਹੀ ਮੌਰਗੇਜਿਸ ਪੁਆਇੰਟ ਤੋਂ ਪ੍ਰੋਬਲਮਸ ਆ ਰਹੀਆਂ ਨੇ। ਕੁਛ ਇੱਕ ਡਾਊਨ ਪੇਮੈਂਟਸ ਅਰੇਂਜ ਕਰਨ 'ਚ ਆ ਰਹੀਆਂ ਕਿਉਂਕਿ ਹਰ ਇੱਕ ਬੰਦੇ ਨੇ ਸੋਚਿਆ ਹੁੰਦਾ ਕਿ ਮੈਂ ਆਪਣੀ ਪ੍ਰੋਪਰਟੀ ਨੂੰ ਸੇਲ ਕਰਕੇ ਦੂਜੀ 'ਚ ਪੈਸੇ ਕੱਢ ਕੇ ਉਹ 'ਚ ਡਾਊਨ ਕਰ ਲਵਾਂ ਜਾਂ ਕੁਛ ਵੀ ਹੈ ਤੇ ਮਾਰਕੀਟ ਕ੍ਰੈਸ਼ ਹੋਣ ਦੇ ਕਾਰਨ ਉਹ ਚੀਜ਼ ਨਹੀਂ ਹੋ ਪਾਈ। ਤੇ ਹੁਣ ਹਰ ਇੱਕ ਦਾ ਪਲਾਨ ਹੁੰਦਾ ਵੀ ਮੈਂ ਪੁਰਾਣਾ ਘਰ ਵੇਚ ਕੇ ਨਵੇਂ ਘਰ 'ਚ ਜਾਵਾਂ ਜਾਂ ਛੋਟੇ ਘਰ ਤੋਂ ਵੱਡੇ ਘਰ 'ਚ ਜਾਵਾਂ। ਹਾਂਜੀ ਬਿਲਕੁਲ, ਸਾਡਾ ਵੀ ਇਹੀ ਸੀਗਾ ਤੇ ਹੁਣ ਉਹਦੇ ਚੱਕਰਾਂ 'ਚ ਇਸ ਟਾਈਮ ਡਾਊਨ ਪੇਮੈਂਟ ਨਹੀਂ ਅਰੇਂਜ ਹੋ ਪਾ ਰਹੀ ਸਾਡੀ ਤੇ ਬੈਂਕ ਵੀ ਮੌਰਗੇਜਿਸ ਨਹੀਂ ਕੁਆਲੀਫਾਈ ਕਰ ਰਹੇ ਤੇ ਉਸ ਚੱਕਰਾਂ 'ਚ ਥੋੜ੍ਹੀ ਐਕਸਟੈਂਸ਼ਨ ਦੀ ਵੇਟ ਕਰ ਰਹੇ ਹਾਂ ਅਸੀਂ ਬਿਲਡਰ ਤੋਂ। ਤੇ ਤੁਹਾਡੇ ਨਾਲ ਕਿੰਨੀਆਂ ਫੈਮਲੀਜ਼ ਹੈਗੀਆਂ ਜਿਹੜੇ ਇਸ ਵੇਲੇ ਜਿਹੜੇ ਤੁਹਾਨੂੰ ਪਤਾ ਜਿਹੜੇ ਇੰਪੈਕਟ ਹੋ ਰਿਹਾ ਜਿਹਨਾਂ ਤੇ ਇੰਟਰਸਟ ਰੇਟ ਦਾ? ਰਾਈਟ ਨਾਓ ਜੀ ਜੇ ਮੈਂ ਗੱਲ ਕਰਾਂ ਸਾਡੇ ਪ੍ਰੋਜੈਕਟ ਦੀ ਹੋਈ ਜੀ, ਸਾਡੇ ਨਾਲ ਕਰੀਬਨ ਜੀ 114 ਫੈਮਲੀਜ਼ ਜੁੜ ਚੁੱਕੀਆਂ ਨੇ ਆਲਰੇਡੀ ਤੇ ਅਸੀਂ ਪੈਰਾਡਾਈਜ਼ ਡਿਵੈਲਪਮੈਂਟ ਨੂੰ 114 ਲੋਕਾਂ ਦੀ ਈਮੇਲ ਵੀ ਕਰ ਚੁੱਕੇ ਹਾਂ ਕਿ ਇਹ ਉਹ ਲੋਕ ਨੇ
114 ਲੋਕ ਜਿਹੜੇ ਆਪਣੀ ਕਲੋਜ਼ਿੰਗਸ ਨਹੀਂ ਕਰ ਸਕਦੇ ਬਿਕੋਜ਼ ਆਫ ਦਿਸ ਰੀਜ਼ਨ ਆਈਦਰ ਦੇ ਆਰ ਨਾਟ ਏਬਲ ਟੂ ਸੇਲ देयर ਕਰੰਟ ਪ੍ਰੋਪਰਟੀ or because of the interest rates they are not qualified for their mortgage from the bank or B lenders. ਸੋ ਤੁਹਾਨੂੰ ਕੀ ਲੱਗਦਾ ਜੇ ਤੁਹਾਨੂੰ ਕੂਲਿੰਗ ਆਫ ਪੀਰੀਅਡ ਮਿਲਦਾ ਤਾਂ ਉਹਦਾ ਕੀ ਬੈਨੀਫਿਟ ਹੋਣਾ ਸੀਗਾ ਤੁਹਾਨੂੰ ਅੱਜ ਦੀ ਸਿਚੁਏਸ਼ਨ ਨੂੰ ਦੇਖਦੇ ਹੋਏ? ਜੇ ਮੈਨੂੰ ਕੂਲਿੰਗ ਆਫ ਮਿਲਦਾ ਜੀ, ਸਾਨੂੰ ਓਬਵੀਅਸਲੀ ਆਪਾਂ ਬਿਲਡਰ ਦੇ ਕੰਟਰੈਕਟ ਨੂੰ APS ਨੂੰ ਲਾਇਰਸ ਤੋਂ ਰਿਵਿਊ ਕਰਵਾਉਂਦੇ ਤੇ ਸਾਨੂੰ ਉਹਦੇ ਪਲੱਸ ਐਂਡ ਮਾਈਨਸ ਪਤਾ ਲੱਗਦੇ ਕਿ ਬਿਲਡਰ ਨੇ ਜਿਹੜੇ ਸਾਡੇ ਹੱਥੋਂ ਪਹਿਲਾਂ ਹੀ ਵੱਢ ਦਿੱਤੇ ਆ ਕਿ ਉਹਦੇ ਵਿੱਚ ਸਾਡੇ ਫੇਵਰਲੀ ਕੁਝ ਵੀ ਨਹੀਂ ਦਿੱਤਾ। ਬਿਲਡਰ ਨੇ ਫਰਮ ਕਰਤਾ ਕਿ ਕਲੋਜ਼ਿੰਗਸ ਹੋਣੀਆਂ ਹੀ ਹੋਣੀਆਂ ਟਾਈਮ ਤੇ, ਤੁਸੀਂ ਐਕਸਟੈਂਸ਼ਨ ਲਈ ਨਹੀਂ ਮੰਗ ਕਰ ਸਕਦੇ ਤੇ ਬਿਲਡਰ ਵੱਲੋਂ ਜਿਹੜੀ ਸੀਗੀ ਡੀਲ ਉਹ 100% ਫਰਮ ਡੀਲਸ ਹੋਈ ਹੈ। ਹੁਣ ਜਿਹੜੀ ਤੁਹਾਡੀ ਅਪਰੇਜ਼ਲ ਹੈ ਪ੍ਰਾਪਰਟੀ ਦੀ ਉਹ ਕਿੰਨੀ ਆਈ ਹੈ? ਅਪਰੇਜ਼ਲ ਮੈਂ ਇਨ ਪਾਰਟਿਕੂਲਰ ਮੇਰੇ ਘਰ ਦੀ ਅਪਰੇਜ਼ਲ ਰਾਈਟ ਨਾਓ ਹਜੇ ਨਹੀਂ ਹੋਈ, ਬਟ ਜਿੱਦਾਂ ਸਾਡੇ ਨਾਲ ਹੋਰ ਲੋਕ ਕਈ ਜੁੜੇ ਹੋਏ ਨੇ, 114 ਲੋਕ ਮੈਂ ਪਹਿਲਾਂ ਵੀ ਕਿਹਾ ਸਾਡੇ ਨਾਲ ਜੁੜੇ ਨੇ ਤੇ ਉਹਨਾਂ ਨੇ ਅਪਰੇਜ਼ਲਸ ਕਰਾਈ ਆ। 1.9 ਮਿਲੀਅਨ ਵਾਲੇ ਘਰ ਦੀ ਅਪਰੇਜ਼ਲ ਜੀ 1.6 ਆ ਰਹੀ ਆ, ਜੋ ਕਿ ਮੈਂ ਗੱਲ ਕਰ ਰਿਹਾ 2500 ਸਕੁਅਰ ਫੀਟ ਦਾ ਜਿਹੜਾ ਘਰ ਆ ਉਹਦੀ ਕਰੀਬਨ 1.6 ਮਿਲੀਅਨ ਦੀ ਅਪਰੇਜ਼ਲ ਆ ਰਹੀ ਆ। ਆਲਮੋਸਟ $3 ਲੱਖ ਦਾ ਫਰਕ ਪੈ ਰਿਹਾ। ਆਲਮੋਸਟ $3 ਲੱਖ ਡਾਊਨ ਆ ਰਹੀ ਹੈ ਜੀ। ਜੋ ਕਿ ਤੁਹਾਨੂੰ ਆਪਣੇ ਪੱਲਿਓਂ ਪਾਉਣਾ ਪੈਣਾ ਕਲੋਜ਼ਿੰਗ ਕਰਾਉਣ ਲਈ। ਹਾਂਜੀ, ਕਲੋਜ਼ਿੰਗ ਕਰਾਉਣ ਲਈ ਇੱਕ ਤਾਂ 3 ਲੱਖ ਇਹ ਪੱਲਿਓ ਪਾਉਣਾ ਪੈਣਾ ਹੈ ਜੀ, ਐਂਡ ਸੈਕਿੰਡਲੀ ਜਿਹੜੀ ਅਪਰੇਜ਼ਲ ਆ ਤੁਹਾਨੂੰ ਪਤਾ ਹੀ ਆ ਟਾਇਰ ਆ ਬੈਂਕ ਦਾ ਟੇਅਰ 1.5 ਮਿਲੀਅਨ ਤੋਂ ਜਿੱਦਾਂ ਹੀ ਆਪਾਂ ਉੱਪਰ ਜਾਂਦੇ ਤਾਂ 35% ਦਾ ਟੀਅਰ ਉਹ ਵੀ ਐਪਲੀਕੇਬਲ ਹੋ ਰਿਹਾ ਜੀ ਤੁਹਾਡੇ ਤੇ। ਕਿਉਂਕਿ ਬੈਂਕਸ 20% ਤੇ ਨਹੀਂ ਕਰ ਰਹੇ, ਜਿਹੜੇ ਬੈਂਕਸ 20% ਤੇ ਕਰਦੇ ਨੇ ਉਹ ਤੁਹਾਨੂੰ ਬਲੈਂਕਟ ਨਹੀਂ ਦੇ ਰਹੇ ਅਪਰੇਜ਼ਲ ਵੈਲਿਊਜ਼ ਦਾ। ਤੇ ਹੁਣ ਜਿੱਦਾਂ ਹੁਣ ਤੁਹਾਡੀ ਉੱਥੇ ਤੁਸੀਂ ਦੱਸਿਆ ਵੀ 114 ਫੈਮਲੀਜ਼ ਤੁਹਾਡੇ ਨਾਲ ਆ, ਫਿਰ ਉਹਨਾਂ 'ਚ ਕਾਫੀ ਜਾਣੇ ਹੋਣੇ ਆ ਵੀ ਜਿਹੜੇ ਫਾਈਨੈਂਸ਼ੀਅਲੀ ਇੰਨੇ ਜ਼ਿਆਦਾ ਸਟਰੋਂਗ ਨਹੀਂ ਹੋਣੇ ਹੈਗੇ ਵੀ ਉਹ ਕਰ ਸਕਣ, ਕਲੋਜ਼ਿੰਗ ਕਰ ਸਕਣ, ਜਾਂ ਨਾ ਉਹ ਬੈਕ ਆਊਟ ਕਰ ਸਕਦੇ ਆ ਨਾ ਉਹ ਅੱਗੇ ਜਾ ਸਕਦੇ ਆ। ਹੁਣ ਇੱਦਾਂ ਜੀ ਕਲੋਜ਼ਿੰਗ ਦਾ ਕੀ ਸਿਚੁਏਸ਼ਨ ਹੋ ਰਹੀ ਆ ਕਿ ਹੁਣ 114 ਫੈਮਲੀਜ਼ 'ਚੋਂ ਬਹੁਤ ਸਾਰੀ ਫੈਮਲੀਜ਼ ਇਹੋ ਜਿਹੀਆਂ ਜਿਨ੍ਹਾਂ ਕੋਲ ਡਾਊਨ ਪੇਮੈਂਟ ਹੈਗੀ ਆ, they can do the closing but they cannot sustain the property because of the amount of the mortgage come in every month. ਉਹ ਐਵਰੀ ਮੰਥ ਦੀ ਜਿਹੜੀ ਇੰਸਟਾਲਮੈਂਟ ਆ ਉਹ ਪੇ ਕਰਨ ਲਈ ਉਹਨਾਂ ਕੋਲ ਸੋਰਸਿਸ ਨਹੀਂ ਨੇ, ਕਿਉਂਕਿ ਉਹ ਉਨੇ ਪੈਸੇ ਬਣਾਉਂਦੇ ਹੀ ਨਹੀਂ ਨੇ ਐਵਰੀ ਮੰਥ। ਮੋਸਟਲੀ ਲੋਕਾਂ ਦਾ ਹੁੰਦਾ ਵੀ ਚਲੋ ਆਪਾਂ ਬੇਸਮੈਂਟ ਰੈਂਟ ਆਊਟ ਕਰ ਦਾਂਗੇ, ਉਧਰੋਂ ਆਪਾਂ ਨੂੰ 1500-2000 ਦੇ ਲਾਗੇ ਰੈਂਟਲ ਇਨਕਮ ਆ ਜੂਗੀ, ਪਰ ਹੈਲਪ ਆਊਟ ਹੋ ਜੂਗਾ। ਇਹ ਲਾਈਕ ਜਿਵੇਂ ਪ੍ਰੀ ਕੰਸਟਰਕਸ਼ਨ ਆ ਜੀ ਤੇ ਇਹਦੀ ਬੇਸਮੈਂਟ ਬਣਾਉਂਦੇ ਆ, ਫਿਰ ਉਹ ਤੁਹਾਡੀ ਟੈਰੀਅਨ ਵਾਇਡ ਹੋ ਜਾਂਦੀ ਆ, ਸਭ ਕੁਝ ਵਾਇਡ ਹੋ ਰਿਹਾ ਹੈ। 1 ਸਾਲ ਪਹਿਲਾਂ ਛੇੜ ਨਹੀਂ ਸਕਦੇ। ਹਾਂਜੀ, 1 ਸਾਲ ਛੇੜ ਨਹੀਂ ਸਕਦੇ, ਤਾਂ ਪਹਿਲੇ 1 ਸਾਲ ਦੇ ਲਈ ਹੀ ਲੋਕਾਂ ਕੋਲ ਲਾਈਕ ਫਾਈਨੈਂਸ਼ੀਅਲੀ ਉਹ ਇੰਨੇ ਸਟੇਬਲ ਨਹੀਂ ਹੈਗੇ ਕਿ ਉਹ ਪੇ ਆਫ ਕਰ ਸਕਣ। ਤੇ ਜਿਹੜੇ ਇਹ ਤੁਹਾਡੇ ਹੈਗੇ ਆ ਨਹੀਂ ਬਿਲਡਰ ਤੋਂ ਲਏ ਆ ਪ੍ਰੋਪਰਟੀਜ਼, ਇਹਨਾਂ ਤੇ ਅਸਾਈਨਮੈਂਟ ਕਲੌਜ਼ ਹੈਗਾ ਤੁਹਾਡੇ ਕੋਲ? ਬਿਲਡਰ ਨੇ ਅਸਾਈਨਮੈਂਟ ਕਲੌਜ਼ ਹੁਣ ਦਿੱਤਾ ਜਦੋਂ ਤੁਹਾਡੀ ਮਾਰਕੀਟ ਕ੍ਰੈਸ਼ ਹੋਈ ਆ ਤੇ 20,000 ਤੇ ਤੁਸੀਂ ਪ੍ਰੈਕਟਿਸ ਕਰ ਸਕਦੇ ਹੋ। ਬਟ ਗੱਲ ਫਿਰ ਉੱਥੇ ਆ ਜਾਂਦੀ ਹੈ ਜਿਹਨੇ ਲੈਣਾ ਆ ਤੁਹਾਡੀ ਅਪਰੇਜ਼ਲ ਫੇਰ ਨਹੀਂ ਆਉਣੀ ਹੈਗੀ, ਉਹ ਤੁਹਾਡਾ ਵਿਕਣਾ। ਸਾਡੇ ਸਬ ਡਿਵੀਜ਼ਨ 'ਚ ਜੀ ਬਹੁਤ ਸਾਰੇ ਲੋਕਾਂ ਨੇ ਸੇਲ ਤੇ ਵੀ ਲਾਏ ਨੇ ਘਰ ਜੀ, ਤੇ ਬਟ ਗੱਲ ਉਹੀ ਆ ਨਾ ਕਿ ਐਟ ਦੀ ਡੇ ਐਂਡ ਆਫ ਦਾ ਡੇ ਬਾਇਰਸ ਵੀ ਅਵੇਲੇਬਲ ਨਹੀਂ ਨੇ ਜੀ। 1.6 ਤੋਂ ਵੱਧ ਦੀ ਪ੍ਰਾਈਸ ਦਾ ਬਾਇਰ ਅਵੇਲੇਬਲ ਨਹੀਂ ਆ ਫॉर ਅ 3300 ਸਕੁਅਰ ਫੀਟ ਹਾਊਸ। ਸੋ ਜਿੱਦਾਂ ਹੁਣ ਤੁਹਾਡੇ ਘਰਾਂ ਦੀ ਵੈਲਿਊ ਜਿਹੜੀ ਆਲਮੋਸਟ 3 ਲੱਖ ਘੱਟ ਆ ਰਹੀ ਆ, ਸੋ ਤੁਹਾਡਾ ਹੁਣ ਅੱਗੇ ਦਾ ਕੀ ਪਲਾਨ ਹੈਗਾ ਵੀ ਹੁਣ ਕਲੋਜ਼ਿੰਗਸ ਕਰਾਉਂਗੇ ਜਾਂ ਐਕਸਟੈਂਸ਼ਨ ਲਓਗੇ, ਕੀ ਪਲੈਨਿੰਗ ਆ ਤੁਹਾਡੀ ਅੱਗੇ ਦੀ? ਅੱਗੇ ਲਈ ਜੀ ਅਸੀਂ ਹੁਣ ਬਿਲਡਰ ਨੂੰ ਅਪਰੋਚ ਕੀਤਾ ਹੈ ਓਬਵੀਅਸਲੀ, ਤੇ ਬਿਲਡਰ ਨੂੰ ਅਪਰੋਚ ਕਰਕੇ ਅਸੀਂ ਐਕਸਟੈਂਸ਼ਨਸ ਦੀ ਡਿਮਾਂਡ ਰੱਖੀ ਹੈ ਬਿਲਡਰ ਦੇ ਕੋਲ ਕਿ ਸਾਨੂੰ ਥੋੜ੍ਹੀਆਂ ਐਕਸਟੈਂਡਡ ਕਲੋਜ਼ਿੰਗਸ ਦੇਵੇ, ਐਕਸਟੈਂਸ਼ਨਸ ਦੇਵੇ, ਤਾਂ ਕਿ ਉਹਦੇ ਟਾਈਮ ਦੇ ਵਿੱਚ ਇੱਕ ਤਾਂ ਮਾਰਕੀਟ ਕਰੈਕਟ ਹੋ ਜਾਏਗੀ, ਇੱਕ ਲੋਕਾਂ ਦੀ ਅਫੋਰਡੇਬਿਲਿਟੀ ਦੁਬਾਰਾ ਆ ਜਾਏਗੀ। ਕਿੰਨੀ ਐਕਸਟੈਂਸ਼ਨ ਮੰਗਦੇ ਪਏ ਤੁਸੀਂ? ਅਸੀਂ ਬਿਲਡਰ ਤੋਂ ਜੀ ਐਟਲੀਸਟ 12 ਮੰਥ ਦੀ ਐਕਸਟੈਂਸ਼ਨ ਦੀ ਡਿਮਾਂਡ ਕਰ ਰਹੇ ਹਾਂ। ਮਿਨੀਮਮ 12 to 18 ਮੰਥਸ ਦੇ ਵਿੱਚ ਬਿਲਡਰ ਜਿੱਥੇ ਵੀ ਕੰਫਰਟੇਬਲ ਆ ਉਹ ਸਾਨੂੰ ਐਕਸਟੈਂਸ਼ਨਸ ਦੇਵੇ, ਕਿਉਂਕਿ ਅੱਜ ਦੇ ਇੰਟਰਸਟ ਰੇਟ ਦੇ ਹਿਸਾਬ ਨਾਲ ਤਾਂ ਇਹ ਇੱਕ ਸਿਚੁਏਸ਼ਨ ਆ ਕਿ ਜਿਹੜੇ ਲੋਕੀ ਕਲੋਜ਼ਿੰਗ ਕਰਦੇ ਨੇ ਫੈਮਲੀਜ਼ ਦੇ ਕੈਨ ਗੋ ਬੈਂਕਰਪਟ ਕਲੋਜ਼ਿੰਗਸ ਤੋਂ ਬਾਅਦ, ਤੇ ਉਹਨਾਂ ਕੋਲ ਫਾਈਨੈਂਸ਼ੀਅਲ ਡੈਥ ਆ ਜਾਣੀ ਹੈ ਇੱਕ ਤਰ੍ਹਾਂ ਉਹਨਾਂ ਦੀ ਕਿ ਐਵਰੀ ਮੰਥ ਇੰਨੇ ਹਾਈ ਮੌਰਗੇਜ ਅਮਾਊਂਟਸ ਐਂਡ ਪ੍ਰਾਈਵੇਟ ਮੌਰਗੇਜ, ਫਿਰ ਬੈਂਕ ਦੀ ਮੌਰਗੇਜ, ਨੋਬਡੀ ਵੁੱਡ ਬੀ ਏਬਲ ਟੂ ਅਫੋਰਡ ਇਟ। ਤੇ ਜਿੱਦਾਂ ਹੁਣ ਤੁਸੀਂ ਆਪਣਾ ਹੁਣ ਐਗਰੀਮੈਂਟ ਹੈਗਾ ਤੁਸੀਂ ਲਾਇਰ ਤੋਂ ਰਿਵਿਊ ਕਰਵਾਇਆ ਆ, ਜੇ ਤੁਸੀਂ ਲੈਟਸ ਸੇ ਨਹੀਂ ਕਲੋਜ਼ਿੰਗ ਕਰਾਉਂਦੇ ਫਿਰ ਉਹ ਐਗਰੀਮੈਂਟ ਦੇ ਹਿਸਾਬ ਨਾਲ ਤੁਹਾਡੇ ਕੀ ਐਕਸ਼ਨ ਹੋਊਗਾ ਬਿਲਡਰ ਵੱਲੋਂ?
ਜੋ ਕਿ ਅਸੀਂ ਬਿਲਡਰ ਨਾਲ ਇਸ ਪੁਆਇੰਟ ਤੇ ਵੀ ਡਿਸਕਸ਼ਨ ਕੀਤੀ ਸੀ ਕਿ ਅਸੀਂ ਕਲੋਜ਼ਿੰਗ ਨਹੀਂ ਕਰਾਉਂਦੇ ਤਾਂ ਸਾਡੇ ਤੇ ਕੀ ਡਰਾਬੈਕਸ ਆਣਗੇ। ਪਹਿਲਾਂ ਤਾਂ ਜੀ ਸਾਡਾ ਡਿਪੋਜ਼ਿਟ ਜੋ ਕਿ ਆਈ ਥਿੰਕ 2.5 ਲੱਖ ਪਹਿਲੇ ਫੇਸ ਵਾਲਿਆਂ ਨੇ ਜੀ, $3 ਲੱਖ ਸੈਕੰਡ ਫੇਸ ਨੇ ਜੀ, ਤੇ $4 ਲੱਖ ਥਰਡ ਫੇਸ ਨੇ ਬਿਲਡਰ ਨੂੰ ਦਿੱਤਾ, ਉਹ ਫੋਰਫਿਟ ਹੋ ਜਾਏਗਾ ਜੀ। ਉਸ ਤੋਂ ਬਾਅਦ ਬਿਲਡਰ ਦੇ ਵੱਲੋਂ ਸਾਨੂੰ ਸਟੇਟਮੈਂਟ ਆ ਰਹੀ ਹੈ ਕਿ ਜੇ ਅਸੀਂ ਕਲੋਜ਼ਿੰਗ ਨਹੀਂ ਕਰਦੇ ਤੇ ਉਹ ਸਾਡੇ ਅਗੇਂਸਟ ਸੂ ਫਾਈਲ ਕਰੇਗਾ ਫॉर ਹਿਸ ਡੈਮੇजेस। ਕਿ ਜਿੰਨਾ ਵੀ ਉਹਦਾ ਅਗਰ ਉਹ ਮਾਰਕੀਟ ਤੇ ਸੇਲ ਕਰਦਾ, ਓਬਵੀਅਸਲੀ ਅੱਜ ਦੀ ਮਾਰਕੀਟਸ ਦਾ ਅੱਜ ਦੇ ਰੇਟ ਤੇ ਸੇਲ ਹੋਏਗਾ ਤੇ ਜੋ ਵੀ ਪ੍ਰਾਈਸ ਡਿਫਰੈਂਸ ਆ ਤੇ ਉਹਦੇ ਲਈ ਉਹ ਸੂ ਕਰੇਗਾ, ਤੇ ਐਂਡ ਅਦਰ ਐਕਸਪੈਂਸਿਸ ਐਂਡ ਲੀਗਲ ਐਕਸਪੈਂਸਿਸ ਲਈ ਤੇ ਕਾਸਟ ਆਫ ਕੈਰਿੰਗ ਦਾ ਹਾਊਸ ਉਹ ਸਾਨੂੰ ਸੂ ਕਰੇਗਾ। ਸੋ ਬੇਸਿਕਲੀ ਲੈਟਸ ਸੇ ਜਿੱਦਾਂ ਹੁਣ ਤੁਸੀਂ ਫਸਟ ਫੇਜ਼ 'ਚ ਸੀਗੇ, ਸੋ ਪਹਿਲਾਂ ਤੁਹਾਡਾ 2.5 ਲੱਖ ਜਾਣਾ ਤੇ ਹੁਣ $3 ਲੱਖ ਦੀ ਵੈਲਿਊ ਘਟ ਆਈ ਆ, ਸੋ ਤੁਹਾਡਾ 5.5 ਲੱਖ ਤਾਂ ਇਹੀ ਹੋ ਗਿਆ। 5.5 ਲੱਖ ਤਾਂ ਸਿੰਪਲੀ ਇਹ ਹੋ ਗਿਆ ਜੀ। ਬਾਕੀ ਜਿਹੜੇ ਹੁਣ ਮੰਨ ਲਓ ਮੈਂ 1.9 ਦਾ ਲਿੱਤਾ, ਬਿਲਡਰ ਕੱਲ ਨੂੰ ਮਿਲੀਅਨ ਦਾ ਵੇਚਦਾ ਹੁੰਦਾ ਤਾਂ ਉਹ 1 ਮਿਲੀਅਨ ਤੋਂ ਉੱਪਰ 9 ਲੱਖ ਦਾ ਸਿੱਧਾ ਉਹੀ ਆ ਗਿਆ ਜੀ ਮੇਰੇ ਤੇ ਬਿਲਡਰ। ਉਹ ਵੀ ਯਾਨੀ ਕਿ ਸਾਨੂੰ ਪੇ ਕਰਨਾ ਪਊਗਾ, ਬਿਲਡਰ ਉਹਦੇ ਲਈ ਸੂ ਕਰ ਸਕਦਾ ਤੇ ਲੋਕਾਂ ਦੇ ਪ੍ਰਾਇਮਰੀ ਹਾਊਸਿਸ ਆ ਉਹਨਾਂ ਤੇ ਲੀਅਨ ਪਾੜ ਤੱਕ ਵੀ ਜਾ ਸਕਦਾ, ਜੋ ਕਿ ਬਿਲਡਰ ਨੇ ਸਾਨੂੰ ਕਿਹਾ ਕਿ ਉਹ ਰੈਡੀ ਹੈਗਾ ਵੀ ਐਕਸ਼ਨ ਲੈਣ ਲਈ ਉਹ ਰੈਡੀ ਹੈ। ਬਟ ਅਸੀਂ ਵੀ 114 ਲੋਕ ਆ ਤੇ ਜੇ ਬਿਲਡਰ ਵੀ ਇਹ ਐਕਸ਼ਨ ਲੈਂਦਾ ਤਾਂ ਬਿਲਡਰ ਵੀ ਆਪਣਾ $200 ਮਿਲੀਅਨ ਰਿਸਕ ਤੇ ਪਾ ਰਿਹਾ ਸਾਡੇ ਨਾਲ। ਗਾਂ ਹੁਣ ਤੁਹਾਡਾ ਕੀ ਪਲਾਨ ਹੈਗਾ? ਕੋਈ ਵੀ ਤੁਹਾਡੀ ਕਿਸੇ ਨਾਲ ਲੀਗਲ ਐਡਵਾਈਸ ਵਗੈਰਾ? ਬਿਲਡਰ ਦੇ ਨਾਲ ਅਸੀਂ ਨੈਗੋਸ਼ੀਏਟ ਕਰ ਰਹੇ ਹਾਂ ਆਪਣੀ ਟਰਮਸ ਐਂਡ ਕੰਡੀਸ਼ਨਸ। ਅਸੀਂ ਬਿਲਡਰ ਨੂੰ ਕਹਿ ਰਹੇ ਕਿ ਉਹ ਸਾਡੇ ਨਾਲ ਟੇਬਲ ਤੇ ਆਏ ਐਂਡ ਲੈਟਸ ਡੂ ਸਮਥਿੰਗ ਕਿ ਨੈਗੋਸ਼ੀਏਟ ਕਰੇ ਕਿ ਬਿਲਡਰ ਦਾ ਵੀ ਲਾਸ ਨਾ ਹੋਵੇ ਐਂਡ ਯੂਜ਼ਰ ਦਾ ਵੀ ਲਾਸ ਨਾ ਹੋਵੇ। ਤੇ ਉਸ ਚੀਜ਼ ਲਈ ਅਸੀਂ ਬਿਲਡਰ ਨਾਲ ਹਜੇ ਤੱਕ ਆਪਣੀ ਈਮੇਲਸ ਦੇ ਥਰੂ ਕਮਿਊਨੀਕੇਟ ਕਰ ਰਹੇ ਹਾਂ। ਅਸੀਂ ਟਰਾਈ ਕਰ ਰਹੇ ਹਾਂ ਕਿ ਬਿਲਡਰ ਸਾਨੂੰ ਇੱਕ ਆਪਣੀ ਪਰਸਨਲ ਅਪਾਇੰਟਮੈਂਟ ਦੇਵੇ ਇਨ ਪਰਸਨ, ਕਿ ਅਸੀਂ ਬਿਲਡਰ ਨਾਲ ਬੈਠ ਕੇ ਉਹਦਾ ਟੇਬਲ ਜਿਹੜੇ ਸਾਡੇ ਗਰੁੱਪ ਦੇ ਲੀਡਰਸ ਨੇ ਉਹ ਬੈਠ ਕੇ ਉਹਨਾਂ ਨਾਲ ਨੈਗੋਸ਼ੀਏਟ ਕਰ ਸਕਣ। ਮੀਨਸ ਹਾਲੇ ਤੱਕ ਤੁਹਾਡੀ ਉਹਦਾ ਬਿਲਡਰ ਨਾਲ ਕੋਈ ਮੀਟਿੰਗ ਨਹੀਂ ਹੋਈ? ਇਨ ਪਰਸਨ ਹਜੇ ਤੱਕ ਬਿਲਡਰ ਨਾਲ ਕੋਈ ਮੀਟਿੰਗ ਨਹੀਂ ਹੋ ਰਹੀ ਹੈ। ਬਿਲਡਰ ਦਾ ਸੇਲਸ ਸਟਾਫ ਆ ਜੋ ਕਿ ਉਹ ਸਾਨੂੰ ਕਾਲ ਕਰ ਰਿਹਾ ਤੇ ਉਹਨਾਂ ਦਾ ਸੇਮ ਲਾਈਕ ਸਟੋਰੀ ਹੈ ਐਵਰੀ ਟਾਈਮ। ਉਹੀ ਕਹੀ ਜਾ ਰਿਹਾ ਕਿ ਤੁਸੀਂ RBC ਕੋਲ ਜਾਓ, ਬੀ ਲੈਂਡਰਸ ਕੋਲ ਚਲੇ ਜਾਓ ਜਾਂ ਕਿਤੋਂ ਹੋਰ ਕਰਾ ਲਓ ਆਪਣੀ ਮੌਰਗੇਜ, ਅਸੀਂ ਕਲੋਜ਼ਿੰਗ ਫਾਰਮ ਕਰਾਂਗੇ। ਬਟ ਜਦ ਅਪਰੇਜ਼ਲ ਹੀ ਨਹੀਂ ਆ ਰਹੀ, ਉਹ 3 ਲੱਖ ਦਾ ਡਿਫਰੈਂਸ ਹੀ ਨਹੀਂ ਕਵਰ ਹੋ ਰਿਹਾ, ਲੈਂਡਰ ਵੀ ਉੱਥੇ ਕੀ ਕਰ ਲੂਗਾ? ਅਪਰੇਜ਼ਲ ਲਈ ਜੀ ਬਿਲਡਰ ਇਹ ਕਹਿ ਰਿਹਾ ਕਿ ਤੁਸੀਂ RBC ਕੋਲ ਜਾਓ ਤੇ RBC ਤੁਹਾਨੂੰ ਬਲੈਂਕਟ ਦੇਗਾ ਬਿਲਡਰ ਪ੍ਰਾਈਸ ਦਾ, ਵਿਚ ਇਜ਼ ਟਰੂ। ਅਸੀਂ ਕਾਲ ਕੀਤੀ RBC ਨੂੰ ਫਾਈਂਡ ਆਊਟ ਕਰਨ ਲਈ ਤੇ RBC ਕਹਿੰਦਾ ਮੈਂ ਤੁਹਾਨੂੰ ਬਲੈਂਕਟ ਤਾਂ ਦੇ ਦੂੰਗਾ ਪ੍ਰਾਈਸ ਦਾ, ਬਟ ਉਹਨਾਂ ਦਾ ਕੁਆਲੀਫਾਈਂਗ ਕ੍ਰਾਈਟੇਰੀਆ ਹੈਗਾ ਜਿਹੜਾ ਉਹਦੇ ਥਰੂ ਪਾਸ ਹੋਣਾ ਪੈਣਾ ਐਂਡ ਉਹਨਾਂ ਦੇ ਕੁਆਲੀਫਾਈਂਗ ਕ੍ਰਾਈਟੇਰੀਆ ਦੇ ਥਰੂ ਸਾਡੇ ਜਿੰਨੇ ਵੀ ਲੋਕਾਂ ਨੇ RBC ਨੂੰ ਕੰਟੈਕਟ ਕੀਤਾ ਉਹ ਸਾਰੇ ਫੇਲ ਹੋਏ ਆ RBC ਤੋਂ ਮੌਰਗੇਜ ਲਈ ਕੁਆਲੀਫਾਈ ਹੋਣ 'ਚ। ਮੀਨਸ ਇੱਕ ਨਾ ਬਰਾਬਰ ਦੇ ਬਰਾਬਰ ਹੀ ਆਪਸ਼ਨ ਆ ਕਿ ਬਿਲਡਰ ਫੋਰਸ ਕਰ ਰਿਹਾ ਕਿ ਤੁਸੀਂ RBC ਨੂੰ ਕੰਟੈਕਟ ਕਰੋ, ਬਟ ਵੈਨ ਅਸੀਂ RBC ਨੂੰ ਕਰ ਰਹੇ ਹਾਂ ਤੇ RBC ਵੱਲੋਂ ਵੀ ਸਾਨੂੰ ਕੋਈ ਜ਼ਿਆਦਾ ਖਾਸ ਸਪੋਰਟ ਨਹੀਂ ਹੈਗੀ ਇਸ ਚੀਜ਼ ਤੇ ਇੱਕ ਬਹੁਤ ਜ਼ਿਆਦਾ ਜਿਹੜਾ ਕਮੈਂਟ ਆ ਰਿਹਾ ਟਿਕਟੌਕ ਦੀ ਵੀਡੀਓ ਤੇ ਸਪੈਸ਼ਲੀ, ਉਹ ਸਾਰਿਆਂ ਦਾ ਇਹ ਆ ਰਿਹਾ ਵੀ ਤੁਹਾਡੇ ਵਾਈਫ ਕੀ ਕਰਦੇ ਆ, ਤੇ ਜ਼ਿਆਦਾਤਰ ਲੋਕਾਂ ਦੇ ਅੱਗੇ ਜਵਾਬ ਵੀ ਆ ਰਿਹਾ ਵੀ ਭਾਬੀ ਤੇਰੀ ਨਰਸ ਆ। ਤੇ ਇਹ 'ਚ ਤੁਸੀਂ ਮਾੜਾ ਜਿਹਾ ਦੱਸੋ ਵੀ ਤੁਹਾਡੀ ਫੈਮਿਲੀ ਤੁਸੀਂ ਕਿੰਨੇ ਮੈਂਬਰ ਤੇ ਕੀ ਕਰਦੇ ਹੋ ਤੁਸੀਂ? ਓਕੇ ਜੀ, ਮੇਰੀ ਫੈਮਿਲੀ 'ਚ ਅਸੀਂ 5 ਮੈਂਬਰ ਹਾਂ ਜੀ। ਮੈਂ, ਮੇਰੀ ਵਾਈਫ, ਮੇਰੇ 2 ਬੱਚੇ ਹੈ ਜੀ ਐਂਡ ਮੇਰੇ ਮਦਰ ਨੇ ਜੀ। ਮੇਰੇ ਵਾਈਫ ਨਰਸ ਨਹੀਂ ਨੇ ਜੀ। ਨਾ ਨਰਸ ਨਹੀਂ ਭੱਜ ਜਾਣਾ ਸੀਗਾ, ਨਰਸ ਨਹੀਂ ਰੌਲਾ ਪੈਣਾ ਸੀ। ਹਾਂਜੀ ਨਹੀਂ, ਮੇਰੇ ਵਾਈਫ ਨਰਸ ਨਹੀਂ ਹੈਗੇ ਜੀ। ਉਹ ਆਪਣਾ ਉਹ ਵੀ ਸੈਲਫ ਇੰਪਲੋਇਡ ਨੇ, ਉਹ ਵੀ ਪ੍ਰਾਪਰਟੀ ਮੈਨੇਜਮੈਂਟ ਕੰਪਨੀ ਚਲਾਉਂਦੇ ਨੇ ਜੀ। ਤੁਹਾਡੇ ਮਲਟੀਪਲ ਸੋਰਸਸ ਹੈਗੇ ਨੇ, ਉਹ ਵੀ ਸੈਲਫ ਇੰਪਲੋਇਡ ਨੇ ਜੀ। ਪਹਿਲਾਂ ਜਦੋਂ ਘਰ ਲਿਆ ਹੈਗਾ ਉਦੋਂ ਜਿਹੜਾ ਕੁਆਲੀਫਾਈਂਗ ਰੇਟ ਹੁੰਦਾ ਸੀ ਮੌਰਗੇਜਸ ਦਾ, ਤੁਸੀਂ ਮੋਸਟਲੀ 5% ਤੇ ਕੁਆਲੀਫਾਈ ਹੁੰਦੇ ਸੀਗੇ। ਹਾਂਜੀ। ਤੇ ਹੁਣ ਇੰਟਰਸਟ ਰੇਟ ਵੱਧ ਗਏ, ਹੁਣ ਆਲਮੋਸਟ 7-8% ਦੇ ਲਾਗੇ ਕੁਆਲੀਫਾਈਂਗ ਰੇਟ ਹੋ ਗਿਆ ਜੀ। ਸੋ ਉਹਦੇ ਨਾਲ ਵੀ ਕਾਫੀ ਇੰਪੈਕਟ ਹੋ ਰਿਹਾ ਤੁਹਾਡੇ ਤੇ। ਇਹੀ ਚੀਜ਼ ਦਾ ਇੰਪੈਕਟ ਆਈ ਥਿੰਕ ਸਾਡੇ ਸਾਰਿਆਂ ਤੇ ਆ ਰਿਹਾ ਕਿ ਜਿਹੜਾ ਕੁਆਲੀਫਾਈਂਗ ਰੇਟ ਆ ਉਹ ਵੱਧ ਗਿਆ। ਜਦੋਂ ਅਸੀਂ ਘਰ ਲਿੱਤੇ ਸੀਗੇ ਜੀ ਉਦੋਂ ਕੁਆਲੀਫਾਈਂਗ 5% ਸੀਗਾ ਜੀ ਤੇ ਬੈਂਕ ਦਾ ਇੰਟਰਸਟ ਰੇਟ ਚੱਲਦਾ ਹੁੰਦਾ ਸੀ 1.2%। ਉਹਦੇ ਨਾਲ ਲੋਕਾਂ ਨੇ ਘਰ ਲਿੱਤੇ ਸੀ ਕਿ ਚਲੋ ਸਾਡੀ ਮੌਰਗੇਜ 5 ਤੋਂ 6,000 ਆਏਗੀ, ਪ੍ਰੋਪਰਟੀ ਟੈਕਸ ਪਾ ਕੇ 7,000 ਬਣ ਜਾਏਗਾ ਜੀ, ਤੇ ਲੋਕਾਂ ਦੀ ਅਫੋਰਡੇਬਿਲਿਟੀ ਸੀਗੀ। ਬਟ ਅੱਜ ਦਾ ਸਟ੍ਰੈਸ ਟੈਸਟ ਦੇ ਨਾਲ ਪਹਿਲਾਂ ਤਾਂ ਅਸੀਂ ਕੁਆਲੀਫਾਈ ਨਹੀਂ ਹੋ ਰਹੇ, ਉੱਥੇ ਹੀ ਸਾਡਾ ਐਲੀਜੀਬਿਲਿਟੀ ਕ੍ਰਾਈਟੇਰੀਆ ਤੋਂ ਅਸੀਂ ਬਾਹਰ ਆ। ਫਿਰ ਚਲੋ ਜੇ ਅਸੀਂ ਕਿਸੇ ਤਰੀਕੇ ਨਾਲ ਕੁਆਲੀਫਾਈ ਹੋ ਗਏ, ਕੋਈ ਬੈਂਕ ਦੇ ਥਰੂ ਅਸੀਂ ਹੋ ਗਏ ਜਾਂ ਬੀ ਲੈਂਡਰਸ ਤੋਂ ਹੋ ਗਏ, ਉਹਨਾਂ ਦੀ ਮੌਰਗੇਜ ਪੇਮੈਂਟ ਹੀ ਇੰਨੀ ਜ਼ਿਆਦਾ ਕਿ ਅਸੀਂ ਅਫੋਰਡ ਹੀ ਨਹੀਂ ਕਰ ਸਕਦੇ ਜੀ ਉਹ।
ਨਾਟ ਓਨਲੀ ਮੀ, ਮੇਰੇ ਨਾਲ ਜਿੰਨੇ 114 ਲੋਕ ਜੁੜੇ ਹੋਏ ਨੇ ਜੀ, ਜਿਹੜੇ ਇਹ ਫੇਸ 'ਚ ਨਿਕਲ ਰਹੇ ਆ, ਉਹ ਸਾਰੇ ਲੋਕਾਂ ਦਾ ਇੱਕੋ ਹੀ ਵਿਊ ਆ ਕਿ ਅਸੀਂ ਇੰਨੇ ਹਾਈ ਮੌਰਗੇਜਸ ਪੇ ਨਹੀਂ ਕਰ ਸਕਦੇ। ਹੁਣ ਫਿਰ ਤੁਹਾਡਾ ਅੱਗੇ ਦਾ ਹੁਣ ਕੀ ਪਲਾਨ ਹੈਗਾ, ਜਿਹੜੇ ਤੁਹਾਡੀ 114 ਫੈਮਲੀਜ਼ ਆ, ਵੀ ਹੁਣ ਤੁਸੀਂ ਫਿਰ ਦੁਬਾਰਾ ਤੋਂ ਉੱਤੇ ਸਟ੍ਰਾਈਕ ਕਰੋਗੇ ਜਾਂ ਕੀ ਹੈਗਾ ਪਲਾਨ? ਅਸੀਂ ਜੀ ਬਿਲਡਰ ਦੇ ਆਫਿਸ ਦੇ ਬਾਹਰ 2 ਵਾਰੀ ਪ੍ਰੋਟੈਸਟ ਕਰ ਚੁੱਕੇ ਹਾਂ ਜੀ, 2 ਵਾਰੀ ਪ੍ਰੋਟੈਸਟ ਕੀਤਾ ਜੀ, ਤੇ ਹੁਣ ਸਾਡੇ ਪ੍ਰੋਟੈਸਟ ਫਰਦਰ ਅੱਗੇ ਅਸੀਂ ਕਰਦੇ ਰਵਾਂਗੇ, ਹੋਰ ਪ੍ਰੋਟੈਸਟ ਵੀ ਹੋਣਗੇ। ਅਸੀਂ ਬਿਲਡਰ ਨੂੰ ਈਮੇਲਸ ਵੀ ਕਰ ਰਹੇ ਹਾਂ ਕਿ ਤੁਸੀਂ ਸਾਨੂੰ ਆਪਣਾ ਟਾਈਮ ਦਿਓ ਇਨ ਪਰਸਨ ਮੀਟਿੰਗ ਦਾ, ਜੋ ਕਿ ਬਿਲਡਰ ਟੋਟਲੀ ਰਿਫਿਊਜ਼ ਕਰ ਰਿਹਾ ਕਿ ਹੀ ਇਜ਼ ਨਾਟ ਇੰਟਰਸਟਿਡ in meeting any one of us, even though he has sold those houses to us, but he is still not interested। ਤੇ sales staff ਉਹ ਵੀ ਕੁਝ ਜ਼ਿਆਦਾ ਸਾਨੂੰ ਕੋਆਪਰੇਟ ਨਹੀਂ ਕਰ ਰਹੇ ਬਿਲਡਰ ਦੇ ਨਾਲ ਅਪਾਇੰਟਮੈਂਟ ਬੁੱਕ ਕਰਨ 'ਚ। ਤੋਂ ਅਸੀਂ ਅੱਗੇ ਦੀ ਸਟ੍ਰੈਟਜੀ ਇਹੀ ਆ ਕਿ ਦੁਬਾਰਾ ਪ੍ਰੋਟੈਸਟ ਕਰਾਂਗੇ ਤੇ ਨਾਲ ਦੀ ਨਾਲ ਸਾਈਡ ਬਾਏ ਸਾਈਡ ਅਸੀਂ ਬਿਲਡਰ ਨੂੰ ਫੇਰ ਕਨਵਿੰਸ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਉਹ ਸਾਡੇ ਨਾਲ ਟੇਬਲ ਤੇ ਆ ਕੇ ਬੈਠੇ ਤੇ ਸਾਡੇ ਨਾਲ ਗੱਲ ਕਰੇ। ਸੋ ਜਿੱਦਾਂ ਹੁਣ ਜਿਹੜੀ ਸਿਚੁਏਸ਼ਨ ਤੁਸੀਂ ਇਸ ਵੇਲੇ ਹੈਗੇ ਆ, ਜੋ ਤੁਹਾਡੇ ਐਕਸਪੀਰੀਅੰਸਿਸ ਹੋ ਰਹੇ ਆ, ਚਲੋ ਉਦੋਂ ਹਾਈ ਮਾਰਕੀਟ 'ਚ ਤੁਸੀਂ ਲਏ ਆ, ਤੁਹਾਨੂੰ ਨਹੀਂ ਉਦੋਂ ਕੂਲਿੰਗ ਆਫ ਪੀਰੀਅਡ ਮਿਲਿਆ ਹੈਗਾ। ਹੁਣ ਕਾਫੀ ਸਾਰੇ ਸਾਡੇ ਵਿਊਅਰਸ ਹੈਗੇ ਆ ਜਿਹੜੇ ਫਸਟ ਟਾਈਮ ਹੋਮ ਬਾਇਰਸ ਆ, ਜਾਂ ਜਿਹੜੇ ਫਸਟ ਟਾਈਮ ਇਨਵੈਸਟਮੈਂਟ ਪ੍ਰਾਪਰਟੀ ਲੈਣਾ ਚਾਹੁੰਦੇ ਆ, ਜਾਂ ਪ੍ਰੀ ਕੰਸਟਰਕਸ਼ਨ 'ਚ ਇਨਵੈਸਟ ਕਰਨਾ ਚਾਹੁੰਦੇ ਆ, ਉਹਨਾਂ ਨੂੰ ਕੀ ਸਲਾਹ ਦੇਣੀ ਚਾਹੋਗੇ ਵੀ ਉਹ ਇਸ ਸਿਚੁਏਸ਼ਨ 'ਚ ਨਾ ਫਸਣ ਫਿਊਚਰ 'ਚ? ਇਹ ਚੀਜ਼ ਕਹੂੰਗਾ, ਅਗਰ ਤੁਹਾਨੂੰ ਕੋਈ ਵੀ ਬਿਲਡਰ ਤੁਹਾਡੇ ਤੇ ਗਨ ਪੁਆਇੰਟ ਤੇ ਸਾਈਨ ਕਰਾ ਰਿਹਾ ਕਿ ਲਾਈਕ ਤੁਹਾਨੂੰ ਫੋਰਸ ਕਰ ਰਿਹਾ ਕਿ ਤੁਹਾਨੂੰ ਕੋਈ ਕੂਲਿੰਗ ਆਫ ਨਹੀਂ ਹੈਗਾ, ਤੁਹਾਨੂੰ ਰਾਈਟ ਨਾਓ ਡਿਸੀਜਨ ਲੈਣਾ ਹੈ ਜਾਂ ਕੁਝ ਵੀ ਹੈ, ਤੁਸੀਂ ਬੈਕ ਆਫ ਕਰੋ। ਕਿਉਂਕਿ ਉਹ ਬਿਲਡਰ ਵੀ ਫਾਇਦਾ ਚੁੱਕ ਰਿਹਾ ਹੈ ਕਿ ਮੇਰੇ ਆਫਿਸ ਦੇ ਬਾਹਰ ਲਾਈਨ ਲੱਗੀ ਹੋਈ ਆ, ਐਂਡ ਉਹ ਜਿਹੜਾ ਆਪਣੇ ਪ੍ਰੋਫਿਟ ਦੇ ਲਈ ਸਾਨੂੰ ਲਾਸ ਦੇ ਵਿੱਚ ਕਰ ਦਿੰਦੇ ਨੇ। ਕਈ ਵਾਰੀ ਬਿਲਡਰਸ ਉਹ ਆਪਣਾ ਪ੍ਰੋਫਿਟ ਦੇਖਦੇ ਆ, ਸਾਡੇ ਬਾਰੇ ਨਹੀਂ ਸੋਚਦੇ, ਤੇ ਐਂਡ ਦੇ ਵਿੱਚ ਅਸੀਂ ਲੋਕ ਜਿਹੜੇ ਹੈਗੇ ਜੋ ਅਸੀਂ ਲਾਈਨਾਂ 'ਚ ਲੱਗ ਕੇ ਸਾਈਨ ਕਰਦੇ ਤੇ ਐਂਡ 'ਚ ਇਵੈਂਚੁਅਲੀ ਅਸੀਂ ਲਾਸ 'ਚ ਰਹਿ ਜਾਂਦੇ ਆ, ਕਿ ਉਹ 'ਚ ਬਹੁਤ ਸਾਰੀਆਂ ਹਿਡਨ ਚੀਜ਼ਾਂ ਹੁੰਦੀਆਂ ਜੋ ਕਿ ਸਾਨੂੰ ਡਿਸਕਲੋਜ਼ ਨਹੀਂ ਕੀਤੀਆਂ ਜਾਂਦੀਆਂ ਐਟ ਦਾ ਟਾਈਮ ਆਫ ਸਾਈਨਿੰਗ ਦੀ ਕੰਟਰੈਕਟ। ਮੈਂ ਜਿਹੜੀ ਵੀ ਸਾਡੇ ਵਿਊਅਰਸ ਆ, ਮੈਂ ਉਹਨਾਂ ਸਾਰਿਆਂ ਨੂੰ ਕਹਿਣਾ ਚਾਹੁੰਦਾ ਕਿ ਇਹ ਜਿਹੜਾ ਪ੍ਰੋਟੈਸਟ ਅਸੀਂ ਕਰ ਰਹੇ ਸਾਡੇ ਲਈ ਨਹੀਂ ਆ ਇਕੱਲਿਆਂ ਲਈ। ਇਟਸ ਨਾਟ ਓਨਲੀ ਕਿ ਪੈਰਾਡਾਈਜ਼ ਬਿਲਡਰ ਦੇ ਓਕ ਵੈਲੀ ਪ੍ਰੋਜੈਕਟ ਦੇ ਵਿੱਚ ਆ ਚੀਜ਼ ਹੋ ਰਹੀ ਆ ਕਿ ਅਪਰੇਜ਼ਲਸ ਨਹੀਂ ਆ ਰਹੀਆਂ ਐਂਡ ਬਾਇਰਸ ਬਹੁਤ ਜ਼ਿਆਦਾ ਪਰੇਸ਼ਾਨ ਹੋ ਰਹੇ ਆ। ਅਸੀਂ ਫਾਈਟ ਕਰ ਰਹੇ ਹਾਂ ਸਾਰਿਆਂ ਲਈ ਥਰੂ ਆਊਟ ਕੈਨੇਡਾ। ਜਿਹੜੇ ਵੀ ਲੋਕਾਂ ਨੇ ਬਿਲਡਰਸ ਤੋਂ ਘਰ ਲਿੱਤੇ ਨੇ, ਉਹ ਚਾਹੇ ਆਟਵਾ 'ਚ ਨੇ, ਚਾਹੇ ਪਿਕਰਿੰਗ 'ਚ ਨੇ, ਚਾਹੇ ਵੈਨਕੂਵਰ 'ਚ ਨੇ, ਚਾਹੇ ਸਰੀ 'ਚ ਨੇ, ਜਾਂ ਥਰੂ ਆਊਟ ਕੈਨੇਡਾ ਕਿਤੇ ਵੀ ਨੇ, ਕਿ ਉਹਨਾਂ ਸਾਰਿਆਂ ਨੂੰ ਇਹ ਬੈਨੀਫਿਟ ਮਿਲਣਾ ਚਾਹੀਦਾ ਆ ਕਿ ਜੋ ਅਸੀਂ ਪ੍ਰੋਟੈਸਟ ਕਰ ਰਹੇ ਹਾਂ ਕਿ ਚਾਹੇ ਬਿਲਡਰ ਉਹਨਾਂ ਨੂੰ ਐਕਸਟੈਂਸ਼ਨਸ ਦੇਵੇ ਜਾਂ ਬੈਂਕ ਜਿਹੜੇ ਹੈਗੇ ਨੇ ਉਹ ਆਪਣੇ ਇੰਟਰਸਟ ਰੇਟ ਨੂੰ ਰੀਕਨਸੀਡਰ ਕਰਨ, ਤਾਂ ਕਿ ਜਿਹੜੇ ਫਸਟ ਟਾਈਮ ਹੋਮ ਬਾਇਰਸ ਨੇ ਸਾਡੇ ਵਿੱਚ, ਉਹ ਆਪਣੇ ਡ੍ਰੀਮ ਹਾਊਸਿਸ ਦੇ ਵਿੱਚ ਐਂਟਰ ਕਰ ਸਕਣ। ਸੋ ਜੇ ਤੁਹਾਡੇ ਕੋਈ ਕੁਐਸਚਨਸ ਹੈਗੇ ਆ, ਤੁਸੀਂ ਪੁੱਛਣਾ ਚਾਹੁੰਦੇ ਆ ਰੀਅਲ ਸਟੇਟ ਰਿਗਾਰਡਿੰਗ ਜਾਂ ਮੌਰਗੇਜ ਰਿਗਾਰਡਿੰਗ, ਜਾਂ ਜੋ ਅੱਜ ਕੱਲ੍ਹ ਮਾਹੌਲ ਚੱਲ ਰਿਹਾ ਹੈ ਇੰਟਰਸਟ ਰੇਟ ਨੂੰ ਲੈ ਕੇ, ਤਾਂ ਤੁਸੀਂ ਕਮੈਂਟਸ 'ਚ ਸ਼ੇਅਰ ਕਰੋ, ਤਾਂ ਅਸੀਂ ਟਰਾਈ ਕਰਾਂਗੇ ਉਹਨਾਂ ਦਾ ਜਵਾਬ ਦੇਣ ਦਾ ਵੀ, ਅਤੇ ਫਿਰ ਨੈਕਸਟ ਵੀਡੀਓ 'ਚ ਉਹਨਾਂ ਦਾ ਜਵਾਬ ਦੇਵਾਂਗੇ ਅਸੀਂ।